ਨਿੱਕੀਆਂ ਕਰੂੰਬਲਾਂ ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਸਾਡੀ ਕੋਸ਼ਿਸ਼ ਹੈ ਕਿ ਬਾਲ ਸਾਹਿਤ, ਬਾਲ ਸੱਭਿਆਚਾਰ ਤੇ ਬਾਲ ਕਲਾ ਨੂੰ ਪ੍ਰਫੁੱਲਤ ਕਰਨ ਦਾ ਯਤਨ ਕਰੀਏ। ਸੋ ਇਹਨਾਂ ਯਤਨਾਂ ਤਹਿਤ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਪਿਛਲੇ 25 ਸਾਲ ਤੋਂ ਨਿੱਕੀਆਂ ਕਰੂੰਬਲਾਂ ਬਾਲ ਸਾਲੇ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਔਰ ਦੇਸ਼ ਵਿਦੇਸ਼ ਦੇ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਇਹ ਰਸਾਲਾ ਹੈ। ਔਰ ਜਿਸ ਸ਼ਖਸੀਅਤ ਨਾਲ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਉਹ ਮਾਹਿਲਪੁਰ ਦੀ ਬਹੁਤ ਹੀ ਉੱਘੀ ਤੇ ਨਿੱਘੀ ਸ਼ਖਸੀਅਤ ਹੈ, ਜਿਸ ਦਾ ਨਾਂ ਹੈ ਸਰਦਾਰ ਬੱਗਾ ਸਿੰਘ ਆਰਟਿਸਟ। ਬੱਗਾ ਸਿੰਘ ਆਰਟਿਸਟ ਨੇ ਕਲਾ, ਸਾਹਿਤ, ਸੱਭਿਆਚਾਰ ਤੇ ਸਿੱਖਿਆ ਜਗਤ ਦੇ ਵਿੱਚ ਆਪਣੀਆਂ ਸੰਦਲੀ ਪੈੜਾਂ ਪਾਈਆਂ ਨੇ ਤੇ ਉਹਨਾਂ ਦੀਆਂ ਪੈੜਾਂ ਦੇ ਨਾਲ ਅੱਜ ਉਹਨਾਂ ਦੀ ਪੈੜਾਂ ਦੀ ਸਾਂਝ ਪਾਉਣ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ। ਬੱਗਾ ਸਿੰਘ ਆਰਟਿਸਟ ਨੇ ਬਹੁਤ ਸਾਰੇ ਚਿੱਤਰ ਬਣਾਏ ਨੇ, ਆਇਲ ਪੇਂਟਿੰਗਸ ਬਣਾਈਆਂ ਨੇ, ਵਾਟਰ ਕਲਰ ਕੀਤੇ ਨੇ ਔਰ ਵੁੱਡ ਕਰਾਫਟ ਕੀਤਾ ਹੈ। ਕਲਾ ਦਾ ਇੱਕ ਅਥਾਹ ਸਾਗਰ ਹੈ ਬੱਗਾ ਸਿੰਘ, ਤੇ ਬੱਗਾ ਸਿੰਘ ਆਰਟਿਸਟ ਦੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਆਓ। ਕਰੂੰਬਲਾਂ ਚੈਨਲ ਦੇ ਸਾਰੇ ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਆ ਕਿ ਅਸੀਂ ਹਮੇਸ਼ਾ ਬੱਚਿਆਂ ਦੀ, ਬਾਲ ਸਾਹਿਤ ਦੀ ਤੇ ਬਾਲ ਕਲਾ ਦੀ ਗੱਲ ਕਰਦੇ ਹਾਂ। ਤੇ ਕਲਾ ਕਿਸੇ ਦੇ ਬਾਪ ਦੀ ਨਹੀਂ ਹੁੰਦੀ, ਕਿਉਂਕਿ ਇਹ ਉਸ ਪਰਮਾਤਮਾ ਦੁਆਰਾ ਬਖਸ਼ਿਆ ਹੋਇਆ ਖਜ਼ਾਨਾ ਹੈ ਜੋ ਹਰ ਕਿਸੇ ਦੇ ਨਸੀਬਾਂ ਵਿੱਚ ਨਹੀਂ ਹੁੰਦਾ। ਸੋ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਕਲਾ ਦਿੱਤੀ ਹੈ, ਕਲਾਕਾਰ ਬਣਾਇਆ ਹੈ। ਸੋ ਅੱਜ ਅਸੀਂ ਮਾਹਿਲਪੁਰ ਦੇ ਇੱਕ ਮਸ਼ਹੂਰ ਕਲਾਕਾਰ ਦੇ ਨਾਲ ਬੈਠੇ ਹਾਂ। ਉਸ ਕਲਾਕਾਰ ਦਾ ਨਾਮ ਹੈ ਸਰਦਾਰ ਬੱਗਾ ਸਿੰਘ ਆਰਟਿਸਟ। ਸਰਦਾਰ ਬੱਗਾ ਸਿੰਘ ਜੀ, ਤੁਹਾਡਾ ਸਵਾਗਤ ਹੈ ਨਿੱਕੀਆਂ ਕਰੂੰਬਲਾਂ ਚੈਨਲ ਤੇ। ਸੋ ਤੁਸੀਂ ਬੜੇ ਲੰਬੇ ਸਮੇਂ ਤੋਂ ਸਾਹਿਤ, ਕਲਾ, ਸੱਭਿਆਚਾਰ ਤੇ ਸਿੱਖਿਆ ਜਗਤ ਦੇ ਵਿੱਚ ਬੜਾ ਸਰਗਰਮ ਯੋਗਦਾਨ ਦਿੱਤਾ ਔਰ ਲਗਭਗ 6-7 ਦਹਾਕੇ ਤੋਂ ਤੁਸੀਂ ਇਸ ਖੇਤਰ ਦੇ ਵਿੱਚ ਸਰਗਰਮ ਆ। ਸੋ ਬੱਗਾ ਸਿੰਘ ਆਰਟਿਸਟ ਦਾ ਜਿਹੜਾ ਜੀਵਨ ਆ ਉਹ ਬੜਾ ਸੰਘਰਸ਼ ਭਰਿਆ ਆ, ਕਲਾਮਈ ਆ, ਸੁਰਮਈ ਆ, ਸੋ ਸਿੱਖਿਅਤ ਆ ਤੇ ਇਹ ਵੱਖ-ਵੱਖ ਪਹਿਲੂਆਂ ਨੂੰ ਜਾਣਨ ਵਾਸਤੇ ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਆ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਬੱਗਾ ਸਿੰਘ ਆਰਟਿਸਟ ਨਾਲ। ਸਰਦਾਰ ਬੱਗਾ ਸਿੰਘ ਜੀ, ਸਭ ਤੋਂ ਪਹਿਲੀ ਗੱਲ ਸਾਨੂੰ ਇਹ ਦੱਸੋ ਵੀ ਜਿਹੜੀ ਕਲਾ ਆ ਤੁਹਾਡੇ ਅੰਦਰ ਕਿਵੇਂ ਹੋਈ? ਮਾਨ ਸਾਹਿਬ, ਕਲਾ ਜਿਹੜੀ ਇੱਕ ਨਾਂ ਆ ਨਾ ਇਸ ਤਰ੍ਹਾਂ ਜੀ, ਇਹ ਸਰਪ੍ਰਿਯਰ ਆ ਜੀ। ਇਹਨੂੰ ਪਰਮਾਤਮਾ ਹੀ ਸਾਡੇ ਅੰਦਰ ਭਰ ਕੇ ਭੇਜਦਾ ਜੀ। ਕੋਈ ਵੀ ਸ਼ਖਸ, ਮਨੁੱਖ, ਵਿਅਕਤੀ ਕੋਈ ਕਲਾ ਤੋਂ ਬਿਨਾਂ ਨਹੀਂ ਇਸ ਜਗਤ 'ਚ ਆਉਂਦਾ। ਹਾਂਜੀ। ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਕਲਾ ਕਿਸੇ ਕਿਸਮ ਦੀ ਹੈ, ਕਿਸੇ ਨੂੰ ਕਿਸੇ ਕਿਸਮ ਦੀ ਹੈ। ਹਾਂਜੀ। ਤਾਂ ਇਸ ਹਿਸਾਬ ਦੇ ਨਾਲ ਕੁਝ ਪਰਮਾਤਮਾ ਨੇ ਮੇਰੇ ਵਿੱਚ ਵੀ ਕੁਝ ਅੰਸ਼ ਐਸੇ ਭਰੇ ਆ ਜਿਹੜੇ ਸਾਨੂੰ ਕੁਝ ਰੰਗਾਂ ਨਾਲ ਜੁੜਨ ਲਈ ਲਗਭਗ ਠੀਕ ਰਹੇ। ਠੀਕ ਹੈ ਜੀ। ਤੋਂ ਬਚਪਨ 'ਚ ਸਟੂਡੈਂਟ ਲਾਈਫ ਦੇ ਵਿੱਚ ਮੈਨੂੰ ਇਸ ਪਾਸੇ ਜਾਣ ਦਾ ਬਹੁਤ ਸ਼ੌਕ ਮਿਲਿਆ। ਹਾਂਜੀ। ਕਿਉਂਕਿ ਸਾਨੂੰ এনवायरमेंट ਜਿਹੜਾ ਸਕੂਲ ਲੈਵਲ ਤੇ ਸੀ ਜੀ, ਉਹ ਇਸ ਹਿਸਾਬ ਦਾ ਮਿਲਿਆ ਜਿਹਦੇ ਵਿੱਚ ਸਾਨੂੰ ਇੱਕ ਮਾਡਲ ਦੇ ਤੌਰ ਤੇ ਸਾਡੇ ਸਕੂਲ ਦੇ ਸਰ ਦਰਸ਼ਨ ਸਿੰਘ ਨਾਂ ਦੇ ਅਧਿਆਪਕ ਡਰਾਇੰਗ ਮਾਸਟਰ ਖਾਸ ਤੌਰ ਤੇ ਜੀ, ਤੇ ਉਹਨਾਂ ਤੋਂ ਇਨੀਸ਼ੀਏਟਿਵ ਲੈ ਕੇ ਮੈਂ ਇਸ ਪਾਸੇ ਨੂੰ ਬੜਾ ਕਦਮ ਪੁੱਟਿਆ। ਠੀਕ ਹੈ ਜੀ। ਪਹਿਲਾਂ ਬਚਪਨ ਦੇ ਵਿੱਚ ਤੁਹਾਡਾ ਸਰਦਾਰ ਦਰਸ਼ਨ ਸਿੰਘ ਹੁਣੀ ਜਿਹੜੀ ਤੁਹਾਡੀ ਕਲਾ ਪਰਖੀ ਉਹਨੇ ਦੇਖੀ, ਉਹਨਾਂ ਨੇ ਤੁਹਾਨੂੰ ਕਿਵੇਂ ਤੋਰਿਆ ਇਸ ਖੇਤਰ ਦੇ ਵਿੱਚ ਵੀ ਤੁਸੀਂ ਕਲਾਕਾਰ ਬਣ ਸਕਦੇ ਆ? ਡਰਾਇੰਗ ਤਾਂ ਸਾਰੇ ਪੜ੍ਹਦੇ ਆ, ਸਾਰੇ ਵਿਦਿਆਰਥੀ ਪੜ੍ਹਦੇ ਸੀ ਡਰਾਇੰਗ, ਤੁਹਾਡੀ ਜਿਹੜੀ ਕਲਾ ਨਿਖਰ ਕੇ ਕਿੱਦਾਂ ਅੱਗੇ ਆਈ? ਉਹਨਾਂ ਦਾ ਵੈਸੇ ਤਾਂ ਸਾਰੇ ਬੱਚਿਆਂ ਵਾਸਤੇ ਟ੍ਰੈਂਡ ਹੁੰਦਾ ਸੀ ਜੀ, ਲੇਕਿਨ ਉਹਨਾਂ ਦੀ ਕੁਝ ਆਪਣੀ ਡਰਾਇੰਗ ਜਿਹੜੀ ਹੁੰਦੀ ਸੀ ਪਰਸਨਲ ਲੈਵਲ ਤੇ ਕੁਝ ਕਰਾਉਂਦੇ ਸੀਗੇ ਨਾ, ਆਪਣੇ ਸ਼ੌਕ ਲਈ ਕਰਦੇ ਸੀ ਜਾਂ ਕਿਸੇ ਨੂੰ ਕੁਝ ਤੋਹਫਾ ਦੇਣ ਵਾਸਤੇ ਕਰਦੇ ਸੀ। ਹਾਂਜੀ। ਉਹਨਾਂ ਨੂੰ ਮੈਂ ਕਈ ਵਾਰੀ ਬਾਚ ਲੈਂਦਾ ਸੀ। ਹਾਂਜੀ। ਉਸ ਬਾਚਣ ਤੇ ਵੀ ਮੈਨੂੰ ਇਹ ਥੋੜਾ ਜਿਹਾ ਮੇਰੇ ਅੰਦਰ ਇੱਕ ਉਤਸ਼ਾਹ ਪੈਦਾ ਹੋਇਆ ਭਈ ਇਹ ਚੀਜ਼ ਆਪ ਵੀ ਤਿਆਰ ਕੀਤੀ ਜਾਵੇ। ਜੀ। ਸਭ ਤੋਂ ਪਹਿਲਾਂ ਇੱਕ ਸ਼ੀਸ਼ੇ ਦੇ ਉੱਪਰ ਉਹ ਬੈਕ ਸਾਈਡ ਤੇ ਕਲਰ ਵਿੱਚ ਇੱਕ ਡਿਜ਼ਾਈਨ ਬਣਾ ਰਿਹਾ ਸੀ। ਹਾਂਜੀ। ਤੇ ਜਿਹਨੇ ਮੈਨੂੰ ਸਭ ਤੋਂ ਪਹਿਲਾਂ ਇੰਪ੍ਰੈਸ ਕੀਤਾ ਔਰ ਮੇਰਾ ਅਜੇ ਤੱਕ ਉਸ ਡਰਾਇੰਗ ਜਿਹੜਾ ਹੈ ਉਹ ਮਾਡਲ ਉਹ ਛਪਿਆ ਮੇਰੇ ਦਿਮਾਗ ਦੇ ਵਿੱਚ। ਜੀ। ਔਰ ਉਹਨਾਂ ਦੀ ਹਰ ਵੇਲੇ ਕਰਦਿਆਂ ਦੀ ਫੋਟੋ ਜਿਹੜੀ ਹੈਗੀ ਆ ਮੈਨੂੰ ਦਿਸਦੀ ਨਜ਼ਰ ਆਉਂਦੀ ਰਹਿੰਦੀ ਹੈ। ਸਰਦਾਰ ਬੱਗਾ ਸਿੰਘ ਜੀ, ਜਿਹੜਾ ਅਧਿਆਪਕ ਦਾ ਪ੍ਰਭਾਵ ਆ ਉਹ ਕਦੀ ਖਤਮ ਨਹੀਂ ਹੁੰਦਾ, ਕਿਉਂਕਿ ਉਹ ਅਨੰਤ ਹੁੰਦਾ ਤੇ ਤੁਸੀਂ ਫਿਰ ਬਾਅਦ 'ਚ ਇੱਕ ਅਧਿਆਪਕ ਬਣ ਗਏ ਤੇ ਇਹ ਜਿਹੜਾ ਖੇਤਰ ਆ ਵਿਦਿਆਰਥੀ ਜੀਵਨ ਤੋਂ ਅਧਿਆਪਕ ਜੀਵਨ ਦੇ ਵਿੱਚ ਕਿੱਦਾਂ ਪਹੁੰਚੇ ਤੁਸੀਂ? ਵਿਦਿਆਰਥੀ ਜੀਵਨ ਤੋਂ ਬਾਅਦ ਫਿਰ ਮੇਰੀ ਅਕੈਡਮਿਕ ਸ਼ੁਰੂ ਹੋ ਗਈ। ਜੀ। ਮੈਂ ਜੇਬੀਟੀ ਕਰ ਲਈ। ਹਾਂਜੀ। 1961-63 ਵਿੱਚ। ਜੀ। ਉੱਥੇ ਵੀ ਸਹਾਇਕ ਸਮੱਗਰੀ ਦੇ ਤੌਰ ਤੇ ਪੇਂਟਿੰਗ ਨੂੰ ਜਾਂ ਡਰਾਇੰਗ ਕਲਾ ਨੂੰ ਬਹੁਤਾ ਕੰਮ ਕਰਨ ਲਈ ਲੋੜ ਪੈਂਦੀ ਆ। ਹਾਂਜੀ। ਔਰ ਉਹਦੇ ਵਿੱਚ ਮੈਨੂੰ ਹੋਰ ਉਤਸ਼ਾਹ ਮਿਲਿਆ ਕਿਉਂਕਿ ਉਹਦੇ ਵਿੱਚ ਕਲੇ ਮਾਡਲ, ਡਰਾਇੰਗ, ਪੇਂਟਿੰਗ ਤੇ ਆਰਟ ਐਂਡ ਕਰਾਫਟ ਹੋਣ ਕਰਕੇ ਉੱਥੇ ਮੈਂ ਆਪਣੇ ਸਟੂਡੈਂਟਸ ਦੇ ਵਿੱਚ ਵੀ, ਕਲਾਸਮੇਟ ਦੇ ਵਿੱਚ ਵੀ ਮੈਂ ਸੈਂਟਰ ਪੁਆਇੰਟ ਹੁੰਦਾ ਸੀ ਜੀ, ਖਾਸ ਤੌਰ ਤੇ ਕਲੇ ਮਾਡਲਿੰਗ 'ਚ।
ਹਾਂਜੀ ਸਬਜ਼ੀਆਂ ਫਲ ਵਗੈਰਾ ਕਲੇ ਦੇ ਬਣਾਏ ਹੋਣ ਤੇ ਮੇਰੇ ਸਾਰੇ ਜਿਹਨੇ ਨਮੂਨੇ ਸੀ ਜੀ ਉਹ ਐਨੂਅਲ ਸਾਡੇ ਫੰਕਸ਼ਨ ਤੋਂ ਬਾਅਦ ਐਨੂਅਲ ਐਗਜ਼ਾਮ ਤੋਂ ਬਾਅਦ ਸਾਰੇ ਉਹਨਾਂ ਨੇ ਆਪਣੇ ਪ੍ਰੀਜ਼ਰਵ ਕਰਕੇ ਸਕੂਲ 'ਚ ਰੱਖ ਲਏ ਸੀ ਜੀ ਤੋਹਫੇ ਦੇ ਤੌਰ ਤੇ ਜਾਂ ਨਮੂਨੇ ਦੇ ਤੌਰ ਤੇ ਜੀ। ਸੋ ਇਸ ਪਾਸੇ ਉਹ ਤੋਂ ਬਾਅਦ ਫਿਰ ਜੌਬ ਮੇਰੀ ਸ਼ੁਰੂ ਹੋ ਗਈ। ਹਾਂਜੀ ਜੌਬ ਦੇ ਵਿੱਚ ਵੀ ਇਹ ਸਾਰਾ ਮੇਰਾ ਜਿਹੜਾ ਸੀਗਾ ਇਹ ਡਰਾਇੰਗ ਪੇਂਟਿੰਗ ਦਾ, ਹਾਂਜੀ ਹਾਲਾਂਕਿ ਮੈਂ ਕਿਤੋਂ ਪਾਰਟਿਕੂਲਰ ਟ੍ਰੇਨਿੰਗ ਨਹੀਂ ਲਈ ਜੀ ਡਰਾਇੰਗ ਮਾਸਟਰ ਉਹਨਾਂ ਜਿੰਨੀ ਵੀ ਸਾਨੂੰ ਟ੍ਰੇਨਿੰਗ ਦਿੱਤੀ ਸੀ ਸਕੂਲ ਲੈਵਲ ਤੇ, ਜਿੰਨੀ ਉਹਨਾਂ ਦੇ ਕੋਲ ਸੀ ਜੀ ਉਹ ਸਾਨੂੰ ਦਿੰਦੇ ਰਹੇ। ਉਹ ਤੋਂ ਬਾਅਦ ਫਿਰ ਆਪਣੇ ਲੈਵਲ ਤੇ ਹੀ ਥੋੜਾ ਬਹੁਤ ਕੋਸ਼ਿਸ਼ ਕੀਤੀ। ਤੁਹਾਡੇ ਅੰਦਰ ਦਰਸ਼ਨ ਸਿੰਘ ਨੂੰ ਜਾਗ ਲਾ ਦਿੱਤਾ ਸੀਗਾ ਹਾਂ। ਤੇ ਉਹ ਜਾਗ ਕਰਕੇ ਤੁਸੀਂ ਖੁਦ ਇੰਨੀ ਕੋਸ਼ਿਸ਼ ਕੀਤੀ, ਯਾਨੀ ਮਿਹਨਤ ਕੀਤੀ ਕਿ ਮੈਂ ਇਸ ਕਲਾ ਦੇ ਖੇਤਰ ਵਿੱਚ ਹੋਰ ਅੱਗੇ ਵਧਾਂ, ਤੇ ਸਾਰੇ ਅਧਿਆਪਕਾਂ ਦੇ ਵਿੱਚ ਤੁਸੀਂ ਆਪਣੀ ਜਿਹੜੀ ਕਲਾ ਨੂੰ ਉਜਾਗਰ ਕਰਨ ਦੇ ਵਿੱਚ ਕਾਮਯਾਬ ਰਹੇ ਆ। ਔਰ ਜਿਹੜੀ ਕਲਾ ਦੀ ਗੱਲ ਫਿਰ ਤੁਰਦੀ ਆ ਅਸਲ ਵਿੱਚ, ਕਿਉਂਕਿ ਮੈਂ ਸਮਝਦਾ ਬਿਨਾਂ ਮੁਰਸ਼ਦ ਦਾ ਰਾਹ ਨਾ ਹੱਥ ਆਵੇ, ਦੁੱਧ ਬਾਹਰ ਨਾ ਰਿੱਝਦੀ ਖੀਰ ਮੀਆਂ। ਕੋਈ ਵੀ ਜਿਹੜੀ ਕਲਾ ਆ ਜਾਂ ਸਿੱਖਿਆ ਆ ਉਹ ਗੁਰੂ ਤੋਂ ਬਗੈਰ ਨਹੀਂ ਮਿਲਦੀ। ਤੁਸੀਂ ਇਸ ਖੇਤਰ ਦੇ ਵਿੱਚ ਇਸ ਕਲਾ ਨੂੰ ਨਿਖਾਰਨ ਵਾਸਤੇ ਕੋਈ ਗੁਰੂ ਧਾਰਨਾ ਕੀਤੀ ਜੀ? ਕਾਫੀ ਚਿਰ ਤਾਂ ਮੈਂ 65 ਵਿੱਚ ਪੱਕੀ ਸਰਵਿਸ ਤੇ ਆ ਗਿਆ ਸੀ 1965 ਚ ਜੀ। ਉਸ ਤੋਂ ਬਾਅਦ ਇਹ ਸ਼ੌਕ ਤਾਂ ਫਿਰ ਨਾਲ ਨਾਲ ਚੱਲਦਾ ਰਿਹਾ, ਕਿਤੇ ਪੈਨਸਲ ਡਰਾਇੰਗ, ਕਿਤੇ ਰੰਗਦਾਰ ਪੈਨਸਲਾਂ ਦੇ ਨਾਲ, ਕਿਤੇ ਹੋਰ ਥੋੜਾ ਜਿਹਾ ਪਾਣੀ ਦੇ ਰੰਗਾਂ ਦੇ ਨਾਲ ਜੀ ਹਲਕਾ ਹਲਕਾ। ਉਸ ਤੋਂ ਬਾਅਦ ਮੇਰੀ ਜੌਬ ਹਾਈ ਸਕੂਲ ਦੇ ਵਿੱਚ 1968 ਵਿੱਚ ਹਾਂਜੀ 65 ਤੋਂ 68 ਤੱਕ ਆਈ ਸਰਕਾਰੀ ਹਾਈ ਸਕੂਲ ਫਤਿਹ ਸੂਰਾ ਸਿੰਘ ਜੀ। ਤੇ ਉੱਥੇ ਫਿਰ 69 ਵਿੱਚ ਸਾਡੇ ਸਟਾਫ ਦੇ ਵਿੱਚ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਹਾਂਜੀ ਉਹ ਆਈ। ਪਹਿਲੇ ਪਹਿਲ ਤਾਂ ਅਸੀਂ ਅਨਨੋਨ ਸੀਗੇ, ਹਾਂਜੀ ਲੇਕਿਨ ਮੇਰੇ ਮਨ 'ਚ ਇਹ ਇੱਛਾ ਆਈ ਵੀ ਇਹ ਸਰਦਾਰ ਜਾਂ ਇਹ ਸ਼ਖਸੀਅਤ ਜਿਹੜੀ ਹੈਗੀ ਆ ਹਾਂਜੀ ਸਾਡੇ ਸਾਰੇ ਸਟਾਫ ਨਾਲ ਆਊਟਸਟੈਂਡਿੰਗ ਆ, ਜੀ ਤੇ ਕਿਤੇ ਇਹਨਾਂ ਦੇ ਨਾਲ ਦੋਸਤੀ ਮਿੱਤਰਤਾ ਹੋ ਜਾਏ। ਜੀ। ਯਾਨੀ ਇੱਕ ਬਲਬਲਾ ਉੱਠਿਆ ਮਨ 'ਚ ਇੱਛਾ ਪੈਦਾ ਹੋਈ। ਇੱਛਾ ਜੀ। ਤਾਂ ਉਹ ਥੋੜੀ ਦੇਰ ਬਾਅਦ ਉਹ ਇੱਛਾ ਪੂਰੀ ਵੀ ਹੋ ਗਈ। ਜੀ। ਸਾਡਾ ਸੁਸਾਇਟੀ ਬਣ ਗਈ। ਹਾਂਜੀ ਉਹ ਸਨ ਮਰਹੂਮ ਸਰਦਾਰ ਗਿਆਨੀ ਹਰਕੇਵਲ ਸਿੰਘ ਸੈਲਾਨੀ, ਇਹ ਸਿਮਾਲਪੁਰ ਦੇ ਹੀ ਜੀ ਜੀ ਉਹ ਉੱਥੇ ਗਿਆਨੀ ਟੀਚਰ ਦੇ ਤੌਰ ਤੇ ਸਾਡੇ ਕੋਲ ਬਦਲ ਕੇ ਆਏ, ਜੀ ਜਿਨ੍ਹਾਂ ਦਾ ਸੰਗ ਮੈਨੂੰ ਬਹੁਤ ਮਿਲਿਆ। ਹੁਣ ਤੱਕ ਜਦੋਂ ਤੱਕ ਉਹ ਕਾਇਮ ਰਹੇ 2009 ਤੱਕ, ਜੀ ਜੀ ਉਦੋਂ ਤੱਕ ਸਾਨੂੰ 40 ਸਾਲ ਆਪਸ ਵਿੱਚ ਹੀ ਸੰਪਰਕ ਰੱਖਦਿਆਂ, ਮੇਲ ਜੋਲ ਕਰਦਿਆਂ ਇਹ ਸਾਡਾ ਸਮਾਂ ਗੁਜ਼ਰਿਆ। ਹਾਂ, ਤੁਹਾਡਾ ਮੈਨੂੰ ਯਾਦ ਆ ਕਿ ਤੁਸੀਂ ਤਿਕੜੀ ਇੱਕ ਜਿਹੜੀ ਤਰਵੈਣੀ ਜਿਹਨੂੰ ਕਹਿ ਸਕਦੇ ਆਪਾਂ, ਗਿਆਨੀ ਹਰਕੇਵਲ ਸਿੰਘ ਸੈਲਾਨੀ ਨੈਸ਼ਨਲ ਅਵਾਰਡੀ ਟੀਚਰ ਤੇ ਅਧਿਆਪਕ, ਸਰਦਾਰ ਬੱਗਾ ਸਿੰਘ ਆਰਟਿਸਟ ਤੇ ਤਾਇਆ ਹਾਂਸਾ ਸਿੰਘ, ਇਹ ਤਰਵੈਣੀ ਜਿਹੜੀ ਆ ਮੇਰੇ ਖਿਆਲ 40 ਸਾਲ ਲਗਾਤਾਰ ਵਗਦੀ ਰਹੀ ਜੀ। ਹਾਂ, ਉਸੇ ਥਾਂ ਤੋਂ ਸਾਨੂੰ ਇਹ ਸਾਡੀ ਤਰਵੈਣੀ ਬਣ ਗਈ ਸੀ ਜੀ। ਔਰ ਸੁਭਾਗ ਵਾਸੀ ਗੱਲ ਇਹ ਜੀ ਕਿ ਗਿਆਨੀ ਹੁਣੀ ਤੇ ਲਿਟਰੇਰੀ ਦਾ ਸੀਗੇ ਹਾਂਜੀ ਔਰ ਉਹ ਗੁਰਬਾਣੀ ਦੇ ਵੀ ਰਸੀਏ ਸੀ ਹਾਂਜੀ ਤੇ ਨਿਤਨੇਮ ਦੇ ਉਹ ਪੱਕੇ ਸੀ। ਤੇ ਸਰ ਹੰਸਾ ਸਿੰਘ ਸਾਡੇ ਨਾਲ ਇਹ ਵੀ ਵਿਰੋਧਤਾ ਵਿੱਚ ਭਾਵੇਂ ਘੱਟ ਸੀ ਜੀ, ਲੇਕਿਨ ਅਧਿਆਤਮਿਕ ਤੌਰ ਤੇ ਉਹ ਵੀ ਪਹੁੰਚੀ ਹੋਈ ਸ਼ਖਸੀਅਤ ਸੀ। ਬੜੇ ਵੱਡੇ ਉਹ ਵੀ ਕਲਾਕਾਰ ਹਾਂ। ਸੀ, ਕਦੀ ਕੁਰਸੀਆਂ ਬੁਣਦੇ ਸੀ, ਹਾਂ। ਕਦੀ ਕੁਝ ਬਣਾਉਂਦੇ ਸੀ, ਕਦੀ ਕੀ ਕਰਦੇ ਸੀ। ਹੱਥ ਜਿਹੜੀਆਂ ਪੁਰਾਤਨ ਸਾਡੀਆਂ ਕਲਾਵਾਂ ਸੀ ਉਹਨਾਂ ਕੋਲ ਬੜੀਆਂ ਸੀਗੀਆਂ ਤੁਹਾਡੇ ਵਾਂਗ। ਹੱਦ ਦੇ ਸਜਾਰੇ ਸੀ ਉਹ। ਜੀ ਜੀ ਉਹ ਵੀ ਕੋਈ ਨਾ ਕੋਈ ਇਦਾਂ ਦੀ ਕਲਾਕ੍ਰਿਤੀ ਕਰਦੇ ਰਹਿੰਦੇ ਸੀਗੇ। ਹਾਂਜੀ ਤੇ ਕੁਰਸੀਆਂ ਬੁਣੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੇਸੀ ਆਮ ਤੌਰ ਤੇ ਉਸ ਵੇਲੇ ਪ੍ਰਚਲਿਤ ਸੀ ਸਾਡੇ ਭਾਈਚਾਰੇ 'ਚ, ਜੀ ਤੇ ਉਹਨਾਂ ਨੂੰ ਉਹ ਨਹੀਂ ਛੱਡਦੇ ਸੀ। ਗਾਹੇ ਵਗਾਹੇ ਉਹਨਾਂ ਨੂੰ ਕੋਈ ਨਾ ਕੋਈ ਆਊਟਸਟੈਂਡਿੰਗ ਚੀਜ਼ ਤਿਆਰ ਕਰਦੇ ਰਹਿੰਦੇ ਸੀ ਉਹ। ਜੀ। ਸੋ ਇਹਨਾਂ ਸਾਡੇ ਤਰਵੈਣੀ ਦੇ ਨਾਲ ਫਿਰ ਸਾਨੂੰ ਇਹ ਹੋਇਆ ਵੀ ਸਾਡੇ ਜਿਹੜੇ ਟੇਸਟ ਸੀਗੇ ਹਾਂਜੀ ਉਹ ਬੇਸ਼ੱਕ ਵੱਖ-ਵੱਖ ਸੀਗੇ। ਉਹ ਗੁਰਬਾਣੀ ਦੇ, ਉਹ ਅਧਿਆਤਮਵਾਦੀ ਤੇ ਮੈਂ ਆਪਣੇ ਵਿੱਚ ਮਾੜਾ ਮੋਟਾ ਬੁਰਸ਼ ਕਲਮ ਚਲਾਉਂਦਾ ਸੀ ਸਾਡੇ, ਲੇਕਿਨ ਇੱਕ ਸੰਪਰਕ ਸੀ ਸਾਡੇ 'ਚ, ਇੱਕ ਚੇਨ ਸੀ ਜੀ, ਜਿਸ ਚੇਨ ਦੇ ਨਾਲ ਅਸੀਂ ਬੱਝੇ ਸੀ। ਕਿਸੇ ਵੇਲੇ ਕੋਈ ਵਿਚਾਰ ਕਰਨਾ ਹੁੰਦਾ, ਕੋਈ ਮੈਂ ਤਸਵੀਰ ਬਣਾ ਕੇ ਲਿਜਾਂਦਾ ਸੀ, ਉੱਤੇ ਵਿਚਾਰ ਕਰਦੇ ਸੀ ਕਿ ਇਹਦੇ ਚਾਹ ਚੀਜ਼ ਚੰਗੀ ਆ ਮਾੜੀ ਆ, ਇਦਾਂ ਨਹੀਂ ਹੋਣੀ ਚਾਹੀਦੀ, ਇਦਾਂ ਹੋਣੀ ਚਾਹੀਦੀ ਆ। ਉਹਨੂੰ ਮੱਥਦੇ ਸੀ ਅਸੀਂ ਜੀ। ਮੱਥਣ ਤੋਂ ਬਾਅਦ ਫਿਰ ਉਹਦੇ ਚੋਂ ਨਿਕਲ ਕੇ ਸਾਹਮਣੇ ਆ ਜਾਂਦੀ ਸੀ। ਹਾਂਜੀ। ਤੇ ਜਿਹਦੇ ਤੋਂ ਫਿਰ ਕਈ ਵਾਰੀ ਸਾਨੂੰ ਅਸੀਂ ਫਾਈਨਲ ਕਰਕੇ ਉਹਨਾਂ ਨੂੰ ਅਜਿਹੀ ਬਣਾ ਸਕਦੇ ਸੀ। ਇੱਕ ਮੇਰੀ ਪੇਂਟਿੰਗ ਵਿੱਚ ਹੈਗੀ ਆ ਹਾਂਜੀ ਫਰੀਦਾ ਗਿਣ ਲੋੜ ਜਗ ਹੋਇਆ ਸੇਲ ਹੋ ਮੈਂ ਡੇਠ ਜੀ, ਕਜਰ ਲਿਖਣਾ ਸਹਿੰਦੇ ਆਪਾਂ ਕੀ ਸੂਏ ਬੈਠ ਜੀ ਜੀ। ਇਹ ਇੱਕ ਇਦਾਂ ਦਾ ਫੇਸ ਬਣਾਇਆ ਮੈਂ ਜਿਹਦੇ ਵਿੱਚ ਅੱਧਾ ਸਰੀਰ ਫੇਸ ਜਿਹੜਾ ਹੈਗਾ ਉਹ ਲਾਈਵ ਆ ਤੇ ਅੱਧਾ ਆਫਟਰ ਡੈਥ ਆ ਜੀ। ਔਰ ਉਹ ਇਹਨੂੰ ਕਾਫੀ ਉਸ ਵੇਲੇ ਦੇਖਦਿਆਂ ਔਰ ਸੋਚਦਿਆਂ ਆਪਸ ਵਿੱਚ ਹੀ ਉਹਦੇ ਵਿੱਚੋਂ ਗੁਣ ਆਗੁਣ ਕੱਢਦੇ ਆ ਤੇ ਕਾਫੀ ਹੱਸਾ ਮਸਕੂਲਾ ਵੀ ਹੋਇਆ ਤੇ ਕੁਝ ਮਾਈਨਸ ਪੁਆਇੰਟ ਵੀ ਇਦਾਂ ਦੇ ਸ਼ੁਗਲ ਦੇ ਤੌਰ ਤੇ ਜ਼ਾਹਰ ਹੋਏ। ਤੇ ਅਖੀਰ ਵਿੱਚ ਫਿਰ ਮੈਨੂੰ ਇਹ ਗੱਲ ਲਾਗੇ ਤੌਰ ਉਹਦੇ ਨਾਲ ਫਿਰ ਉਹਨੂੰ ਫਾਈਨਲ ਕਰਕੇ ਪੇਂਟਿੰਗ ਬਣਾਈ ਬਣ ਗਈ। ਮੈਨੂੰ ਯਾਦ ਆ ਰਿਹਾ ਕਿ ਤੁਸੀਂ ਜਿਸਲੇ ਸੈਰਾਂ ਕਰਦੇ ਕਰਦੇ ਅੰਦਰੇਟੇ ਪਹੁੰਚ ਗਏ, ਸਰਦਾਰ ਸੋਭਾ ਸਿੰਘ ਜਿੱਥੇ ਉਹਨਾਂ ਦੀ ਆਰਟ ਗੈਲਰੀ ਹੈ,
ਉੱਥੇ ਜਿਹੜੀ ਜਦੋਂ ਤੁਸੀਂ ਪਹਿਲੀ ਵਾਰੀ ਉੱਥੇ ਪਹੁੰਚੇ ਤੇ ਉਹ ਗਿਆਨੀ ਹੋਣਾ ਦੇ ਨਾਲ ਕਿਸ ਤਰ੍ਹਾਂ ਦੀ ਉਹ ਘਟਨਾ ਸੀ ਜਦੋਂ ਤੁਸੀਂ ਉੱਥੇ ਪਹੁੰਚੇ? ਮੈਨੂੰ ਇਹ ਸੁਭਾਗ ਮਿਲਿਆ ਕਿ ਜਿਸ ਲਈ ਗਿਆਨੀ ਹੋਣੀ ਸਾਡਾ ਸੰਪਰਕ ਆਪਸ ਵਿੱਚ ਹੀ ਮੇਲ ਲਾਗੇ ਹੋਏ ਜੀ, ਤੇ ਸਾਡੀ ਸੁਸਾਇਟੀ ਬਣ ਗਈ। ਫਿਰ ਅਸੀਂ ਹਾਂਜੀ ਜਾਣਾ ਉਹਨਾਂ ਸ਼ਹਿਰਾਂ ਦੇ ਵਿੱਚ ਸਾਡਾ ਇਕੱਠੇ ਜਾਂਦੇ ਸੀ। ਕੇਸ ਬਣ ਗਿਆ ਜੀ ਜੀ। ਔਰ ਮੈਨੂੰ ਹਾਈ ਗੱਲ ਜਿਹੜੀ ਤੁਸੀਂ ਹੁਣ ਜ਼ਿਕਰ ਕੀਤਾ ਸੀ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ ਜੀ, ਜਾਂ ਬਾਜ ਦੁੱਧ ਨਾਲ ਰੀਝਦੀ ਸੀ ਖੀਰਮੀ ਆ ਬਾਰਿਸ਼ ਹਾਂਜੀ ਹਾਂਜੀ, ਹੱਥ ਨਾਲ ਉਹਦੇ ਬਿਨਾਂ ਮੁਸ਼ਦਾ ਰਾਹ ਨਾ ਹੱਥ ਆਵੇ, ਬਿਨਾਂ ਮੁਸ਼ਦਾ ਰਾਹ ਨਾਲ ਹੱਥੋਂ ਦੇ ਦੁੱਧ ਬਾਜ ਨਾਲ ਰੀਝਦੀ ਖੀਰਮੀ। ਹਾਂਜੀ। ਸੋ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਕਿਸੇ ਮੁਰਸ਼ਦ ਦੇ ਲੜ ਲੱਗੇ ਤਾਂ ਮੈਨੂੰ ਇਹ ਸਵਾਲ ਇਸ ਕਰਕੇ ਮਿਲਿਆ ਕਿ ਗਿਆਨੀ ਉਹਨਾਂ ਦੇ ਨਾਲ ਉਹਨਾਂ ਦੀ ਨੇੜਤਾ ਸੀ ਔਰ ਉਹਨਾਂ ਦੇ ਉਹ ਧਰਮ ਪਿਤਾ ਸੀ ਜੀ, ਔਰ ਉਹਨਾਂ ਦਾ ਘਰ ਵਾਂਗ ਉਹਨਾਂ ਦੇ ਆਪਸ ਵਿੱਚ ਡੀਲਿੰਗ ਸੀ ਜੀ। ਤੇ ਮੈਂ ਇਹਨਾਂ ਰਿਕੁਐਸਟ ਕੀਤੀ, ਮੈਂ ਕਿਹਾ ਜੀ ਵੀ ਮੈਨੂੰ ਲੋੜ ਆ ਤੇ ਮੈਂ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਕੋ ਥਾਪੜਾ ਪ੍ਰਾਪਤ ਕਰਾਂ ਜੀ। ਤੇ ਤੁਸੀਂ ਜੇ ਕਹਿੰਦੇ ਮੇਰੀ ਗੱਲ ਪਹਿਲਾਂ ਪੁੱਛ ਲਈ ਉਹਨਾਂ ਨੇ, ਤੇ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਸੀਂ ਕੋਈ ਇੱਕ ਦੋ ਪੇਂਟਿੰਗ ਤਿਆਰ ਕਰ ਲਓ, ਆਪਾਂ ਚਲੇ ਚੱਲਦੇ ਆ ਜੀ। ਬਸ ਉੱਥੇ ਗਏ ਸੀ, 2-3 ਪੇਂਟਿੰਗਾਂ ਲੈ ਗਏ ਸੀ ਤੇ ਦਿਖਾੜੀਆਂ ਉਹਨਾਂ ਨੇ ਦੇਖੀਆਂ ਵੀ, ਤੇ ਇੱਕ ਨੂੰ ਉਹਨਾਂ ਨੇ ਟੱਚ ਵੀ ਕੀਤਾ ਜੀ। ਟੱਚ ਕਰਕੇ ਫਿਰ ਉਹਨਾਂ ਨੇ ਮੈਨੂੰ ਥੋੜਾ ਜਿਹਾ ਸਿਧਾਂਤ ਵੀ ਦੱਸਿਆ ਵੀ ਥੋੜਾ ਜਿਹਾ ਇਹਨੂੰ ਏਦਾਂ ਕਰਕੇ ਨਾ ਕਰਿਓ ਜੀ। ਤੇ ਉਸ ਤੋਂ ਬਾਅਦ ਫਿਰ ਛੋਟੀ ਜਿਹੀ ਰਸਮ ਕਰਕੇ ਉਸਤਾਦੀ ਸ਼ਾਗਿਰਦੀ ਹੋ ਗਈ। ਸੋ ਬੱਗਾ ਸਿੰਘ ਜੀ, ਤੁਸੀਂ ਭਾਗਾਂ ਵਾਲੇ ਆ ਕਿ ਸਰਦਾਰ ਸੋਭਾ ਸਿੰਘ ਉਹਨਾਂ ਦੇ ਜੇ ਸ਼ਾਗਿਰਦਾਂ ਦੀ ਗੱਲ ਕਰੀਏ ਬਹੁਤ ਘੱਟ ਨੇ, ਤੇ ਉਹਨਾਂ ਵਿੱਚੋਂ ਤੁਸੀਂ ਇੱਕ ਭਾਗਾਂ ਵਾਲੇ ਸ਼ਾਗਿਰਦ ਹੈਗੇ ਜਿਨ੍ਹਾਂ ਨੂੰ ਸਰਦਾਰ ਸੋਭਾ ਸਿੰਘ ਉਹਨਾਂ ਦਾ ਥਾਪੜਾ ਹਾਸਲ ਹੈ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕਲਾ ਕਿਰਤਾਂ ਆ ਸਾਡੇ ਗੁਰਦੁਆਰੇ, ਮੰਦਰਾਂ, ਮਸਜਿਦਾਂ ਸਾਰੇ ਦੇਖਣ ਨੂੰ ਮਿਲਦੀਆਂ। ਤੇ ਸਰਦਾਰ ਸੋਭਾ ਸਿੰਘ ਉਹਨਾਂ ਦੀ ਥਾਪੜਾ ਹਾਸਲ ਕਰਕੇ ਤੁਸੀਂ ਕਲਾ ਸਾਹਿਤ ਦੇ ਖੇਤਰ 'ਚ ਬੜਾ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਅੱਜ ਤੱਕ ਤੁਸੀਂ ਜਿਹੜੀਆਂ ਕਲਾ ਕਿਰਤਾਂ ਬਣਾਈਆਂ ਉਹਨਾਂ ਦੇ ਵਿੱਚ ਵੱਖ-ਵੱਖ ਵਿਧੀਆਂ ਨੇ, ਆਇਲ ਪੇਂਟਿੰਗਸ ਨੇ, ਵਾਟਰ ਕਲਰ ਨੇ, ਇਹ ਵੱਖ-ਵੱਖ ਤਰ੍ਹਾਂ ਦੀਆਂ ਆਪਾਂ ਵਰਤਦੇ ਆ। ਤੁਸੀਂ ਜ਼ਿਆਦਾ ਕਿਹੜੀ ਚੀਜ਼ ਦੀ ਵਰਤੋਂ ਕੀਤੀ ਆ? ਵੈਸੇ ਤਾਂ ਮੈਂ ਸ਼ੁਰੂ ਵਿੱਚ ਪੈਨਸਲ ਡਰਾਇੰਗ ਹੀ ਕਰਦਾ ਸੀ ਜੀ। ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇੰਪਰੂਵਮੈਂਟ ਹੋਈ, ਜਿਸ ਤਰ੍ਹਾਂ ਵੀ ਇਹ ਤਾਂ ਕਲਾ ਵਾਲੇ ਪਾਸੇ ਪੈਨਸਲ ਤੋਂ ਫਿਰ ਬਰਸ਼ ਆ ਗਿਆ, ਬਰਸ਼ ਤੋਂ ਫਿਰ ਰੰਗ ਆ ਗਿਆ, ਰੰਗ ਪੇ ਆਇਲ ਪੇਂਟ ਆ ਗਏ ਹਾਂਜੀ। ਤੇ ਇਸ ਤਰ੍ਹਾਂ ਕਰਦਿਆਂ ਫਿਰ ਮੈਂ ਫਾਈਨਲ ਆਇਲ ਪੇਂਟ ਤੇ ਹੀ ਵਿੱਚ ਬਹੁਤੇ ਕੀਤੀਆਂ। ਹਾਂ, ਆਪਾਂ ਤੁਹਾਡੀਆਂ ਕਲਾ ਕਿਰਤਾਂ ਦੇਖਦੇ ਆਏ ਆ ਹੁਣੇ ਕਿ ਉਹਨਾਂ ਦੇ ਵਿੱਚ ਬਹੁਤੀਆਂ ਆਇਲ ਪੇਂਟਿੰਗਸ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਥਾਟਸ ਨੇ ਉਹ ਬੜੇ ਵੱਖੋ ਵੱਖਰੇ ਨੇ, ਇੱਕ ਵਿਚਾਰ ਦੀ ਨਹੀਂ ਹੈਗੀ। ਕਿਤੇ ਧਾਰਮਿਕ ਆਉਂਦੀ ਹੈ, ਕਿਤੇ ਸੱਭਿਆਚਾਰਕ ਆਉਂਦੀ ਹੈ, ਕਿਤੇ ਹੋਰ ਰੰਗ ਢੰਗ ਦੀ ਆਉਂਦੀ ਹੈ, ਜਿਵੇਂ ਤੁਸੀਂ ਬਾਬਾ ਫਰੀਦ ਜੀ ਦੀ ਸਲੋਕ ਦੀ ਗੱਲ ਕੀਤੀ ਹੈ। ਸੋ ਇਹ ਜਿਹੜੇ ਉਤਰਾਅ ਚੜ੍ਹਾਅ ਦੀਆਂ ਗੱਲਾਂ ਆ, ਜਿਵੇਂ ਅਸੀਂ ਹੁਣੇ ਦੇਖਦੇ ਸੀਗੇ ਵੀ ਆਪਾਂ ਜਿਹੜਾ ਉਹ ਤੁਹਾਡਾ ਚਿੱਤਰ ਆ ਉਹਦੇ ਵਿੱਚ ਮਨ ਦੀ ਜਿਹੜੀ ਭਾਵਨਾ ਉਹ ਭਟਕਦੀ ਫਿਰਦੀ ਹੈ, ਉੱਪਰ ਥੱਲੇ ਬਾਲ ਵਾਂਗ ਜਾਂਦੀ ਆਉਂਦੀ ਹੈ। ਇਹ ਕਾਰਨ ਕੀ ਹੈ ਵੀ ਤੁਹਾਡੇ ਇੱਕ ਟ੍ਰੈਂਡ ਕਿਉਂ ਨਹੀਂ ਬਣਾਇਆ ਗਿਆ? ਇਹ ਟ੍ਰੈਂਡ ਬਣਾਉਣ ਵਾਸਤੇ ਕਈ ਵਾਰੀ ਇਦਾਂ ਦਾ ਸੀਰੀਜ਼ ਬੰਦਾ ਬਣਾ ਲੈਂਦਾ ਜੀ ਕਿ ਕਿਸੇ ਇੱਕ ਸੀਜ਼ਨ ਨੂੰ ਲੈ ਕੇ ਉਹਦੇ ਨਾਲ ਫਿਰ ਤੁਸੀਂ ਉਹਨੂੰ ਕੰਟੀਨਿਊ ਰੱਖੋ ਤਰਤੀਬ ਦੇ ਕੇ ਜੀ। ਤਾਂ ਮੈਂ ਬਹੁਤਾ ਸੀਰੀਜ਼ ਨਹੀਂ ਬਣਾਈ ਹੈ ਹਾਂਜੀ। ਜਿਹੜੇ ਐਕਸੀਡੈਂਟਲ ਜਿਸ ਵੇਲੇ ਦਿਮਾਗ ਦੇ ਵਿੱਚ ਕੋਈ ਇਦਾਂ ਦਾ ਆਈਡੀਆ ਆਉਂਦਾ ਸੀ ਨਾ ਜੀ, ਉਹਨੂੰ ਫਿਰ ਲਗਭਗ ਕੈਚ ਕਰ ਲਈਦਾ ਸੀ। ਠੀਕ ਹੈ। ਤੁਸੀਂ ਦੇਖੋ ਮੈਂ ਦੇਖਦਾ ਵੀ ਧਾਰਮਿਕ ਤੁਹਾਡੀਆਂ ਜਿਹੜੀਆਂ ਸ਼ਖਸੀਅਤਾਂ ਆ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਕੋਲ ਹੈਗੀਆਂ, ਫਿਰ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਹੈਗੀਆਂ, ਫਿਰ ਸਾਡੇ ਵਿਦਿਅਕ ਜਿਹੜੇ ਮਾਹਰ ਆ, ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਬੰਦ ਸਿੰਘ ਵਰਗੀਆਂ ਸ਼ਖਸੀਅਤਾਂ ਦੀਆਂ ਫੋਟੋਆਂ ਹੈਗੀਆਂ। ਇਹ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਆ ਇਹਨਾਂ ਨੇ ਤੁਹਾਡੀ ਸ਼ਖਸੀਅਤ ਤੇ ਵੀ ਪ੍ਰਭਾਵ ਪਾਇਆ? ਹਾਂ, ਇਹਨਾਂ ਦਾ ਮਾਡਲ ਤਾਂ ਰਹੇ ਆ ਜਿਨ੍ਹਾਂ ਨੂੰ ਮੈਂ ਸਰਦਾਰ ਹਰਭਜਨ ਸਿੰਘ ਪ੍ਰਿੰਸੀਪਲ ਜਿਹੜੇ ਬਾਨੀ ਸੀ ਇਸ ਖਾਲਸਾ ਕਾਲਜ ਮਾਲਪੁਰ ਦੇ ਹਾਂਜੀ, ਉਹਨਾਂ ਦੇ ਦਰਸ਼ਨ ਨਹੀਂ ਕੀਤੇ ਕਿਉਂਕਿ ਮੈਂ ਉਦੋਂ 11ਵੀਂ ਚ ਦਾਖਲ ਹੋਣ ਦੀ ਬਜਾਏ ਪ੍ਰੈਕਟਿਸ ਦਾਖਲ ਹੋਣ ਦੀ ਬਜਾਏ ਮੈਂ ਜੇਬੀਟੀ ਦਾਖਲ ਹੋ ਗਿਆ ਸੀ ਜੀ ਜੀ। ਜਿਸ ਕਰਕੇ ਮੇਰੇ ਨਾਲ ਦੇ ਸੀ ਮੇਰੇ ਤਾਇਓ ਚਾਚੂ ਭਰਾ ਸੀਗੇ ਜਾਂ ਹੋਰ ਵੀ ਕਲਾਸ ਫੈਲਸ ਸੀਗੇ, ਉਹ ਸਾਰੇ ਹੀ ਕਾਲਜ ਚ ਦਾਖਲ ਹੋ ਗਏ ਸੀ। ਤੇ ਮੈਂ ਫਿਰ ਕੁਝ ਘਰ ਦੇ ਹਾਲਾਤ ਹੋਣ ਕਰਕੇ ਤੇ ਮੇਰੇ ਪਿਤਾ ਜੀ ਨੇ ਕੋਸ਼ਿਸ਼ ਕਰਕੇ ਮੈਨੂੰ ਐਡਮਿਸ਼ਨ ਜੀਬੀਟੀ ਦਵਾ, ਜਿਸ ਕਰਕੇ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਲੇਕਿਨ ਉਹਨਾਂ ਦੇ ਸ਼ਖਸੀਅਤ ਬਾਰੇ ਮੈਂ ਸੁਣਦਾ ਰਿਹਾ। ਠੀਕ ਹੈ। ਕਿਉਂਕਿ ਮੇਰੇ ਜਿਹੜੇ ਨਾਲ ਸਾਥੀ ਕਲਾਸਮੇਟ ਸੀਗੇ ਉਹਨਾਂ ਬਾਰੇ ਦੱਸਦੇ ਹੁੰਦੇ ਸੀ ਕਿ ਪ੍ਰਿੰਸੀਪਲ ਸਾਹਿਬ ਏਦਾਂ ਹੈਗੇ ਆ, ਉਹ ਤਾਂ ਏਦਾਂ ਹੈਗੇ ਵੀ ਜਿਸ ਵੇਲੇ ਉਹ ਸਖਤਾਈ ਵੀ ਕਰਦੇ ਹੈਗੇ ਆ ਤਾਂ ਉਹ ਆਪਣੇ ਕਾਲਜ ਦੇ ਬੱਚਿਆਂ ਨੂੰ ਇਦਾਂ ਜਿੱਦਾਂ ਅਸੀਂ ਚੌਥੀ ਪੰਜਵੀਂ ਦੇ ਬੱਚੇ ਨੂੰ ਫੜ ਲਈਦਾ ਬਾਹੋਂ ਫੜ ਕੇ ਨਹੀਂ ਝੋੜ ਦਿੰਦੇ ਸੀ, ਇਦਾਂ ਦਾ ਉਹਨਾਂ ਦਾ ਵਤੀਰਾ ਸੀ। ਜਿਸ ਵੇਲੇ ਪ੍ਰਿੰਸੀਪਲ ਹਰਭਜਨ ਸਿੰਘ ਉਹਨਾਂ ਦਾ ਪ੍ਰਭਾਵ ਗਿਆਨੀ ਹਰਕੇਵਲ ਸਿੰਘ ਸਲਾਨੀ ਉਹਨਾਂ ਤੇ ਬਹੁਤ ਰਿਹਾ ਕਿਉਂਕਿ ਉਹ ਸਾਡੇ ਸਾਥੀ ਰਹੇ ਆ, ਉਹਨਾਂ ਕੋਲੋਂ ਗੱਲਾਂ ਤੁਸੀਂ ਸੁਣੀਆਂ, ਉਹਨਾਂ ਦਾ ਕਾਰ ਵਿਹਾਰ ਦੇਖਿਆ ਹੋਵੇਗਾ ਤੇ ਉਹ ਚੀਜ਼ ਜਿਹੜੀ ਸਿੱਖਿਆ ਜਗਤ ਦੇ ਵਿੱਚ ਉਹਨਾਂ ਦੀ ਦੇਣ ਵਾ ਉਹ ਲਸਾਨੀ ਆ। ਤੁਸੀਂ ਇੱਕ ਅਧਿਆਪਕ ਹੋਣ ਦੇ ਨਾਤੇ ਤੁਸੀਂ ਅਧਿਆਪਕ ਤੋਂ ਲੈ ਕੇ BPO ਦੇ ਅਹੁਦੇ ਤੱਕ ਰਹੇ ਆ, ਤੁਸੀਂ ਕਿਵੇਂ ਇਸ ਸਫ਼ਰ ਦੇ ਵਿੱਚ ਮਹਿਸੂਸ ਕੀਤਾ ਕਿ ਇੱਕ ਅਧਿਆਪਕ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਕਿਹੋ ਜਿਹੀ ਆ?
ਅਧਿਆਪਕ ਦੀ ਜਿਵੇਂ ਬਹੁਤ ਤਕੜੀ ਜ਼ਿੰਮੇਵਾਰੀ ਆ ਜੀ। ਇੱਕ ਤਰਾਸਦੀ ਆ ਕਿ ਅਸੀਂ ਬਹੁਤੀ ਵਾਰ ਇਸ ਤਰ੍ਹਾਂ ਹੋ ਜਾਂਦੇ ਆ ਅਵੇਸੜੇ ਜੀ। ਜਿਹੜਾ ਸਾਡੇ ਵਾਸਤੇ ਬਹੁਤ ਚੰਗੀ ਗੱਲ ਨਹੀਂ ਹੈ। ਅਵੇਸੜੇ ਨਹੀਂ ਸਾਨੂੰ ਹੋਣਾ ਚਾਹੀਦਾ, ਕਿਉਂਕਿ ਅਸੀਂ ਉਹਨਾਂ ਬੱਚਿਆਂ ਨੂੰ ਤਿਆਰ ਕਰਨਾ ਆ ਜਿਨ੍ਹਾਂ ਬੱਚਿਆਂ ਨੇ ਜਾ ਕੇ ਅੱਗੇ ਸਮਾਜ ਨੂੰ ਸਾਂਭਣਾ ਹੈ। ਹਾਂਜੀ। ਸੋ ਇਸ ਕਰਕੇ ਹਰ ਇੱਕ ਜੋ ਟੀਚਰ ਹੈ ਉਹਨੂੰ ਇਸ ਹਿਸਾਬ ਦਾ ਹੀ ਹੋਣਾ ਚਾਹੀਦਾ ਮਾਡਲ ਦੇ ਤੌਰ ਤੇ। ਬੇਸ਼ੱਕ ਉਹਨੂੰ ਹਾਲਾਤਾਂ ਦੇ ਅਨੁਸਾਰ ਕਈ ਵਾਰ ਬਹੁਤੀ ਤੋਂ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਆ ਜੀ, ਲੇਕਿਨ ਕਰਨੀ ਜ਼ਰੂਰੀ ਆ, ਕਰਨੀ ਚਾਹੀਦੀ ਆ। ਠੀਕ ਹੈ। ਔਰ ਮੇਰਾ ਵੀ ਜਿਸ ਵੇਲੇ 1965 ਤੋਂ ਪਹਿਲਾਂ ਮੈਂ ਬਲਾਚੌਰ ਦੇ ਇਲਾਕੇ ਥੋੜੀ ਸਰਵਿਸ ਕੀਤੀ ਸੀ 4-5 ਸਾਲ। ਹਾਂਜੀ। ਉਦੋਂ ਤਾਂ ਸਟਾਰਟ ਹੋਣ ਕਰਕੇ ਥੋੜਾ ਜਿਹਾ ਇਹਦਾ ਸੀਗਾ ਕਿ ਕੁਝ ਆਡ ਵੀ ਲੱਗਦਾ ਸੀ ਜੀ। ਲੇਕਿਨ ਜਿਸ ਵੇਲੇ ਅਸੀਂ ਪੱਤੀ ਸੂਰਾ ਸਿੰਘ ਆਏ ਉਸ ਵੇਲੇ ਫਿਰ ਕਾਫੀ ਚੇਂਜ ਆ ਗਏ ਜੀ। ਖਾਸ ਤੌਰ ਤੇ ਜਿਸ ਵੇਲੇ ਗਿਆਨੀ ਹੋਣਾ ਨਾਲ ਮੇਲ ਹੋਇਆ ਉਸ ਵੇਲੇ ਤਾਂ ਸਾਡਾ ਬਿਲਕੁਲ ਜਿਹੜਾ ਸੀ ਉਹ ਰਵਈਆ ਪਲਟਾ ਖਾ ਗਿਆ। ਹਾਂ, ਬਿਲਕੁਲ ਪਲਟਾ ਖਾ ਗਿਆ ਜੀ। ਔਰ ਅਸੀਂ ਕੋਸ਼ਿਸ਼ ਕਰਦੇ ਵੀ ਸਾਡਾ ਕੋਈ ਵੀ ਟਾਈਮ ਵਿਸੜਾ ਨਾ ਜਾਵੇ, ਨਹੀਂ ਤਾਂ ਹੱਡੀਆਂ ਪੱਠੀਆਂ ਤੇ ਬੈਠ ਕੇ ਕਈ ਵਾਰ ਬੰਦਾ ਇਦਾਂ ਪੀੜ ਖੇਲ ਬੇਲਿਆਂ ਪੀੜਾਂ ਦੇ ਵਿੱਚ। ਤੁਸੀਂ ਉਹਨਾਂ ਦੇ ਨਾਲ ਰਹੇ ਗਿਆਨੀ ਹਰਕੇਵਲ ਸਿੰਘ ਸਲਾਨੀ ਹੋਰਾਂ ਦੇ ਨਾਲ, ਕਿਉਂਕਿ ਉਹਨਾਂ ਨੇ ਦੇਖੋ ਸੈਂਕੜੇ ਨਹੀਂ ਕੁਆਂਟਲਾਂ 'ਚ ਕਿਤਾਬਾਂ ਪੜ੍ਹੀਆਂ, ਮੈਨੂੰ ਇਸ ਗੱਲ ਦਾ ਪਤਾ ਆ। ਤੇ ਤੁਸੀਂ ਵੀ ਬਹੁਤ ਕੁਝ ਪੜ੍ਹਿਆ, ਉਹਨਾਂ ਦੇ ਨਾਲ ਰਹੇ ਆ, ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝੇ ਕਰਦੇ ਰਹੇ, ਧਰਮ ਦੇ ਤੌਰ ਤੇ ਵੀ, ਸਾਹਿਤ ਦੇ ਤੌਰ ਤੇ ਵੀ, ਕਲਾ ਦੇ ਤੌਰ ਤੇ ਵੀ। ਇਹ ਜਿਹੜੀਆਂ ਸਾਰਾ ਹੀ ਸੰਗਮ ਹੁੰਦਾ ਸਾਰੀਆਂ ਕਲਾਮਾਂ ਦਾ, ਇਹ ਤੁਹਾਡਾ ਪਤੀ ਸੂਰਾ ਸਿੰਘ ਸਕੂਲ 'ਚ ਹੁੰਦਾ ਜੀ? ਹਾਂ, ਸ਼ੁਰੂਆਤ ਤਾਂ ਉੱਥੋਂ ਹੀ ਹੁੰਦੀ ਹੈ ਜੀ। ਉਹ ਸਕੂਲ ਟਾਈਮ ਜਿਹੜਾ ਹੁੰਦਾ ਸੀ ਸਾਡਾ ਵਿਹਲਾ ਪੀਰੀਅਡ, ਜਿਸ ਵੇਲੇ ਉਹ ਸਾਡਾ ਕਿਸੇ ਪਾਸੇ ਐਡਜਸਟਮੈਂਟ ਨਹੀਂ ਹੁੰਦੀ ਸੀ ਤਾਂ ਫਿਰ ਉਹ ਸਾਡੇ ਵਿਹਲੇ ਪੀਰੀਅਡ ਵਿੱਚ ਸਾਡੀ ਆਪਸ ਵਿੱਚ ਡਿਸਕਸ਼ਨ ਹੁੰਦੀ ਸੀ ਜੀ। ਕੋਈ ਨਾ ਕੋਈ ਡਿਵੈਲਪਮੈਂਟ ਦਾ, ਕੋਈ ਨਾ ਕੋਈ ਕ੍ਰੀਏਟਿਵ ਕੰਮ ਅਸੀਂ ਉਸ ਵੇਲੇ ਆਪਸ ਵਿੱਚ ਵਿਚਾਰੀਦਾ ਸੀ ਆਪਣੇ ਆਪਣੇ ਫੀਲਡ ਮੁਤਾਬਕ। ਔਰ ਉਹਦੇ ਵਿੱਚ ਸਾਨੂੰ ਫਿਰ ਸਾਰਾ ਜਿਹੜਾ ਹੈ ਸਾਡੇ 5-6 ਘੰਟੇ 8 ਘੰਟੇ ਜਿੰਨਾ ਵੀ ਟਾਈਮ ਹੁੰਦਾ ਸੀ ਉਹ ਸਾਰਾ ਇਦਾਂ ਬਿਜ਼ੀ ਬਿਲਕੁਲ ਬੇਲ ਤੋਂ ਬਿਨਾਂ ਲੰਘ ਜਾਂਦਾ ਸੀ ਔਰ ਸਾਨੂੰ ਪਤਾ ਨਹੀਂ ਲੱਗਦਾ ਸੀ ਕਿ ਕਿਸ ਵੇਲੇ ਸਕੂਲ ਸ਼ੁਰੂ ਕੀਤਾ ਤੇ ਕਿਸ ਵੇਲੇ ਸ਼ਾਮ ਹੋ ਗਈ। ਤੁਸੀਂ ਅਧਿਆਪਨ ਦੇ ਕਿੱਤੇ ਦੇ ਨਾਲ ਕਲਾਕਾਰੀ ਕਰਦੇ ਰਹੇ ਆ, ਚਿੱਤਰਕਾਰੀ ਕਰਦੇ ਰਹੇ ਆ, ਇਹ ਪੇਂਟਿੰਗਸ ਬਣਾਉਂਦੇ ਰਹੇ ਆ। ਇਹ ਜਿਹੜੀਆਂ ਪੇਂਟਿੰਗਸ ਤੁਸੀਂ ਬਣਾਈਆਂ, ਇਹਨਾਂ ਪੇਂਟਿੰਗਸ ਦੀ ਗਿਣਤੀ ਕਿੰਨੀ ਕੁ ਆ ਔਰ ਕਿੰਨਾ ਕੁ ਸਮਾਂ ਜਿਹੜਾ ਇੱਕ ਪੇਂਟਿੰਗ ਨੂੰ, ਕਿਉਂਕਿ ਬੜੀ ਮਿਹਨਤ ਦਾ ਕੰਮ ਆ, ਸਾਰਾ ਕੰਮ ਹੱਥ ਦਾ, ਪਹਿਲਾਂ ਦਿਮਾਗ ਦੇ ਵਿੱਚ ਉਹ ਧਾਰਨੀ, ਫਿਰ ਉਹਨਾਂ ਨੂੰ ਕੈਨਵਸ ਤੇ ਉਕਰਨਾ, ਲਿਖਣਾ, ਤੇ ਤੁਸੀਂ ਆਪਣੇ ਅਧਿਆਪਨ ਦੇ ਕਿੱਤੇ ਦੇ ਨਾਲ ਕਿਵੇਂ ਐਡਜਸਟ ਕਰਦੇ ਰਹੇ ਕੰਮ? ਬਸ ਇਹਦੇ ਵਿੱਚ ਇਹੋ ਹੀ ਸੀ ਰਹੀ। ਅਸੀਂ ਸਕੂਲ ਵਿੱਚ ਤਾਂ ਇਸ ਪਾਸੇ ਨੂੰ ਸਿਰਫ ਕਦੀ ਬਹਿਸ ਇਦਾਂ ਕਰੀਦੀ ਸੀ ਜਿਸ ਵੇਲੇ ਕੁਝ ਆਈਟਮ ਤਿਆਰ ਹੋ ਜਾਂਦੀ ਸੀ ਤੇ ਉਹ ਵੀ ਵਿਹਲੇ ਪੇੜ ਨੂੰ ਐਡਜਸਟ ਕਰ ਲਈ। ਤੇ ਜਿਸ ਵੇਲੇ ਸਕੂਲ ਟਾਈਮ ਤੋਂ ਬਾਅਦ ਦਾ ਸਮਾਂ ਹੁੰਦਾ ਸੀ ਉਹ ਸਾਰਾ ਅਸੀਂ ਬਾਹਰ ਗੁਜ਼ਾਰਨ ਨਾਲੋਂ, ਗੱਪਾਂ ਮਾਰ ਕੇ ਗੁਜ਼ਾਰਨ ਨਾਲੋਂ ਉਹ ਇਸ ਪਾਸੇ ਲੱਗਦਾ ਸੀ ਕਿ ਕੋਈ ਨਾ ਕੋਈ ਕ੍ਰੀਏਟਿਵ ਚੀਜ਼ ਬਣਾ ਲਈਏ। ਹਾਂ, ਉਹਦੇ ਵਿੱਚ ਕੁਝ ਕਿਸੇ ਵੇਲੇ ਸੋਚ ਲੈਣਾ, ਕਿਸੇ ਵੇਲੇ ਉਹਨੂੰ ਪ੍ਰੈਕਟੀਕਲ ਕਰ ਲੈਣਾ, ਕਿਸੇ ਵੇਲੇ ਫਾਈਨਲ ਕਰ ਲੈਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਕਿੰਨੇ ਚਿਰ ਚ ਤਿਆਰ ਹੁੰਦੀ ਆ, ਇਹ ਮੇਰਾ ਆਪਣਾ ਸਟੈਮਨਾ ਹੈਗਾ ਵੀ ਮੈਂ ਇਦਾਂ ਕੈਲਕੂਲੇਟ ਨਹੀਂ ਕੀਤਾ ਹੈ। ਤੇ ਕੋਈ ਚੀਜ਼ਾਂ ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਸੀ ਤੇ ਕਈ ਵਾਰੀ ਮਹੀਨੇ ਵੀ ਲੱਗ ਜਾਂਦੇ ਸੀ ਤੇ ਕਈ ਵਾਰੀ ਤਾਂ ਸਾਲ ਤੱਕ ਵੀ ਲੱਗ ਜਾਂਦੇ ਸੀਗੇ। ਅਜੇ ਵੀ ਕੁਝ ਅਧੂਰੀਆਂ ਪਈਆਂ ਜਿਹਨੂੰ ਹੁਣ ਪਤਾ ਨਹੀਂ 5-6 ਸਾਲ ਹੋ ਗਏ, ਅਜੇ ਤੱਕ ਕੋਈ ਟੱਚ ਨਹੀਂ ਦੁਬਾਰਾ ਹੋਇਆ ਤੇ ਇਦਾਂ ਫਾਈਨਲ ਨਹੀਂ ਹੈ ਕੋਈ। ਕਈਆਂ ਦਾ ਇਹ ਹਿਸਾਬ ਤਾਂ ਵੀ ਇੰਨੇ ਵਿੱਚ ਉਹਨਾਂ ਨੇ ਕੰਪਲੀਟ ਕਰ ਦੇਣੀ ਆ, ਉਹ ਆਪਣਾ ਉਹਨਾਂ ਦਾ ਇੱਕ ਆਈਡੀਆ ਹੈਗਾ, ਆਪਣਾ ਦਾ ਪੋਸਚਰ ਆ। ਠੀਕ ਹੈ। ਤਾਂ ਮੈਂ ਇਦਾਂ ਨਹੀਂ ਹੈ ਫਿਕਸ, ਜਿਸ ਵੇਲੇ ਵੀ ਟਾਈਮ ਲੱਗਾ ਉਸ ਵੇਲੇ ਟਾਈਮ। ਤੁਸੀਂ ਕਿਉਂਕਿ ਪੜਾਉਂਦੇ ਸੀਗੇ ਨਾਲ ਜਿਹੜਾ ਵਾਧੂ ਸਮਾਂ ਸੀ ਉਹੀ ਇਸ ਲਿਖੇ ਮੈਨੂੰ ਤੁਹਾਡੀਆਂ ਨਮਾਇਸ਼ਾਂ ਇੱਕ ਦੁਆਬਾ ਸਕੂਲ ਦੇ ਵਿੱਚ, ਪ੍ਰਿੰਸੀਪਲ ਹਰਪੰਜ ਸਿੰਘ ਸਟੇਡੀਅਮ ਮਾਲਪੁਰ ਦੇ ਵਿੱਚ ਤੇ ਆਪਣੇ ਮਿਲਨ ਪੈਲੇਸ ਵਿੱਚ, ਇਹੋ ਜਿਹੜੀਆਂ ਨਮਾਇਸ਼ਾਂ ਲੱਗੀਆਂ, ਸ਼ੌਂਕੀ ਮੇਲੇ 'ਚ ਨਮਾਇਸ਼ਾਂ ਲੱਗੀਆਂ, ਉਹਨਾਂ ਦਾ ਮੈਨੂੰ ਪੂਰਾ ਯਾਦ ਆ। ਇਹ ਤੋਂ ਇਲਾਵਾ ਜਿਹੜੀਆਂ ਤੁਹਾਡੀਆਂ ਚਿੱਤਰਾਂ ਦੀਆਂ ਨਮਾਇਸ਼ਾਂ ਕਿਹੜੇ ਸ਼ਹਿਰਾਂ ਦੇ ਵਿੱਚ ਲੱਗਦੀਆਂ ਰਹੀਆਂ ਔਰ ਉਹਨਾਂ ਦੀ ਗੱਲਬਾਤ ਚੱਲਦੀ ਰਹੀ? ਸਭ ਤੋਂ ਪਹਿਲੀ ਤਾਂ ਜਿਹੜੀ ਮੇਰੀ ਨਮਾਇਸ਼ ਲੱਗੀ ਸੀ ਉਹ ਤਾਂ 25 ਦਸੰਬਰ 1999 ਜੀ, ਜਦੋਂ ਗਿਆਨੀ ਹਰਕੇਵਲ ਸਿੰਘ ਉਹਨਾਂ ਦੀਆਂ ਮੇਰੀਆਂ ਸਾਥੀਆਂ ਸਹਿਰਾਮਪੁਰ ਉਹ ਸੀਗਾ ਸਾਰਾ ਤਰਲੋਚਨ ਸਿੰਘ ਭਾਟੀਆ ਉਹ ਕਰਨ ਵਾਸਤੇ ਆਏ ਸੀ ਜੀ। ਉਹਦੇ ਵਿੱਚ ਮੇਰੀਆਂ ਕੋਈ ਲਗਭਗ 100 ਦੇ ਕਰੀਬ ਛੋਟੀਆਂ ਵੱਡੀਆਂ ਪੇਂਟਿੰਗ ਲੱਗੀਆਂ ਸੀ ਤੇ ਉਹ ਦੁਆਬਾ ਸਕੂਲ ਦੇ ਵਿੱਚ ਹੀ ਉਹਨਾਂ ਦਾ ਐਡਜਸਟਮੈਂਟ ਕੀਤੀ ਸੀ ਜੀ। ਔਰ ਉਹਨਾਂ ਨੂੰ ਇਲਾਕੇ ਦੇ ਦਰਸ਼ਕਾਂ ਨੇ ਬਹੁਤ ਸਲਾਹਿਆ ਜੀ। ਸੋ ਜਿਸ ਤਰ੍ਹਾਂ ਦਾ ਵੀ ਕੰਮ ਸੀ, ਉਮਦਾ ਸੀ ਜਾਂ ਕਿਸ ਤਰ੍ਹਾਂ ਵੀ ਸੀ, ਉਹ ਹਰ ਇੱਕ ਨੇ ਐਪਰੀਸ਼ੀਏਟ ਕੀਤਾ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕੋਈ ਨਾ ਕੋਈ ਪ੍ਰੋਗਰਾਮ ਬਣਦਾ ਰਿਹਾ ਜੀ। ਤਰਨਤਾਰਨ ਵੀ ਅਸੀਂ ਇੱਕ ਐਗਜ਼ੀਬਿਸ਼ਨ ਲੈ ਗਏ ਸੀ। ਠੀਕ ਹੈ ਜੀ। ਉੱਥੇ ਵੀ ਉੱਥੋਂ ਦੇ ਤਹਿਸੀਲਦਾਰ ਸਾਹਿਬ ਨੇ, ਐਸਡੀਐਮ ਸਾਹਿਬ ਨੇ ਇਨੋਗ੍ਰੇਸ਼ਨ ਕਰਨਾ ਸੀ
ਕੀਤਾ ਤੇ ਐਗਜ਼ੀਬਿਸ਼ਨ ਦੇਖੀ ਤੇ ਉਹਨਾਂ ਨੇ ਵੀ ਜਸਾ ਜੋ ਹੌਸਲਾ ਅਫਜ਼ਾਈ ਕੀਤੀ ਜੀ। ਤਲਵਾੜੇ ਵੀ ਸਾਨੂੰ ਕਲਾ ਮੰਚ ਵਾਲਿਆਂ ਨੇ ਠੀਕ ਹੈ ਜੀ ਬੁਲਾਇਆ ਸੀ ਜੀ। ਉੱਥੇ ਵੀ ਮੈਨੂੰ ਐਕਚੁਅਲ ਨਹੀਂ ਯਾਦ ਹੈ ਤੇ ਦੂਸਰੀ ਤੀਸਰੀ ਮੇਰੀ ਪੇਂਟਿੰਗ ਸੀ ਉੱਥੇ ਐਗਜ਼ੀਬਿਸ਼ਨ ਸੀ ਜੀ। ਉੱਥੇ ਵੀ ਮੈਂ ਸਾਰਾ ਸਮਾਨ ਲੈ ਕੇ ਗਿਆ ਸੀ। ਹੁਣ ਤੁਸੀਂ ਗੱਲ ਕੀਤੀ ਸੀ ਪਿੱਛੇ ਜਿਹੇ ਵੀ ਕਈ ਇਹਦੇ ਵਿੱਚ ਵਿਧੀਆਂ ਆ ਜੀ। ਇੱਕ ਤਾਂ ਹੈਗੀ ਡਰਾਇੰਗ ਪੇਂਟਿੰਗ ਵਾਲੀ ਜੀ, ਜਿਹੜੀਆਂ ਕੈਨਵਸ ਦੇ ਉੱਪਰ ਪੇਂਟਿੰਗਸ ਹੈਗੀਆਂ। ਕੁਝ ਡ੍ਰਿਫਟ ਬੋਰਡ ਅਰੇਂਜਮੈਂਟ ਆ ਜੀ, ਯਾਨੀ ਲੱਕੜੀ ਦੇ ਵਿੰਗੇ ਟੇਢੇ ਸਮਾਨ ਨੂੰ ਐਡਜਸਟ ਕਰਨਾ, ਕਲਾ ਵੀ ਬਣਾਇਆ। ਹਾਂ, ਕੁਝ ਪਿਨ ਐਂਡ ਥ੍ਰੈਡ ਆ ਜੀ, ਯਾਨੀ ਧਾਗੇ ਤੇ ਮੇਖਾਂ ਦੇ ਨਾਲ ਬਣਾਉਣੀਆਂ, ਜਿਸ ਤਰ੍ਹਾਂ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਤੇ ਇੱਕ ਜਹਾਜ਼ ਸ਼ਿਪ ਦੀ ਹੈਗੀ ਆ ਤੇ ਆਈਫਲ ਟਾਵਰ ਹੈਗਾ ਤੇ ਉਹ ਬੜੀਆਂ ਚੀਜ਼ਾਂ ਮੈਨੂੰ ਵੀ ਅਜੀਬ ਲੱਗਦੀਆਂ ਵੀ ਕਿੱਦਾਂ ਇਹ ਮਿਹਨਤ ਕਿਸ ਹਿਸਾਬ ਨਾਲ ਹੋਈ ਹੈਗੀ ਆ, ਬੜੀਆਂ ਵਧੀਆ ਬਣੀ ਇਸ ਚੀਜ਼ਾਂ। ਤੇ ਇੱਕ ਦੋ ਪੀਸ, ਇੱਕ ਲੱਕੜੀ ਦਾ ਮੈਂ ਟਾਰਸੋ ਬਣਾਇਆ ਜੀ, ਇੱਕ ਮੇਲ ਦਾ ਬਸਟ ਬਣਾਇਆ ਜੀ। ਤੇ ਇਹ ਮਤਲਬ ਉਹਨੂੰ ਖਰਾਦ ਗਈ। ਤੇ ਦੇਖੋ ਭਗਤ ਸਿੰਘ ਜੀ, ਜਿਹੜੀ ਕਲਾ ਲਈ ਤਾਂ ਬੰਦੇ ਨੂੰ ਅਰਪਿਤ ਹੋਣਾ ਪੈਂਦਾ। ਤੁਸੀਂ ਇਹ ਸਾਰਾ ਕੰਮ ਡੈਡੀਕੇਟ ਹੋ ਕੇ ਕੀਤਾ, ਬੜੀ ਸਮਰਪਣ ਭਾਵਨਾ ਨਾਲ ਕੀਤਾ। ਇਸ ਭਾਵਨਾ ਦੇ ਲਈ ਇੱਕ ਅਧਿਆਪਕ ਹੋਣ ਦੇ ਨਾਤੇ ਤੁਹਾਨੂੰ ਸਰਕਾਰੀ ਤੌਰ ਤੇ ਕੋਈ ਮਾਨਤਾ ਦਿੱਤੀ ਗਈ? ਇਸ ਕਲਾ ਦਾ ਆਦਰ ਮਾਣ ਹੋਇਆ? ਸਰਕਾਰੀ ਤੌਰ ਤੇ ਮਾਨਤਾ ਜਿਹੜੀ ਮਿਲਣੀ ਹੈ ਨਾ, ਇਹ ਤਾਂ ਅਜੇ ਤੱਕ ਪੈਂਡਿੰਗ ਹੀ ਆ ਜੀ। ਕਿਸੇ ਦੇ ਸ਼ਾਇਦ ਮਨ 'ਚ ਖਿਆਲ ਆਇਆ ਹੋਵੇ ਜਾਂ ਨਾ ਹੋਇਆ ਹੋਵੇ ਸਰਕਾਰੀ ਦੁਆਰਾ ਜਿਹੜੇ ਬੰਦੇ ਹੈਗੇ ਆ ਤੇ, ਲੇਕਿਨ ਮੇਰਾ ਖਿਆਲ ਸੋਚ ਤੱਕ ਨਾ ਕਿਸੇ ਨੇ ਉਹਨਾਂ ਦੇ ਕੰਨੀ ਪਾਈ ਆ, ਜਾਂ ਪਾਈ ਹੋਗੀ ਤਾਂ ਉਹਨਾਂ ਨੇ ਵਿਸੜੇ ਹੋ ਕੇ ਸੁਣੀ ਆ ਜੀ। ਤੇ ਅਜੇ ਤੱਕ ਕੋਈ ਕਿਸੇ ਨੂੰ ਵੀ ਜੀ ਮੇਰਾ ਖਿਆਲ ਆ ਵੀ ਨਹੀਂ। ਮੈਨੂੰ ਇੱਕ ਯਾਦ ਆ ਵੀ ਤੁਹਾਨੂੰ ਗਿਆਨੀ ਹੋਣ ਦੇ ਨਾਲ ਹੀ ਆਪਣੇ ਗੜਸ਼ੰਕਰ ਐਸਡੀਐਮ ਵੱਲੋਂ ਇੱਕ ਸਨਮਾਨ ਮਿਲਿਆ ਸੀ, ਉਹ ਕਲਾ ਕਰਕੇ, ਇਸੇ ਕਰਕੇ ਸ਼ਾਇਦ ਮਿਲਿਆ ਸੀ। ਸਾਡੇ ਸੀ ਟੀਚਿੰਗ ਏਡ ਦੀਆਂ ਆਪਣੀਆਂ ਸ਼ੋਅ ਕਰਨੀਆਂ, ਉਹਦੇ ਵਿੱਚ ਅਸੀਂ ਟੀਚਿੰਗ ਏਡ ਇਦਾਂ ਦੀ ਬਣਾ ਸਕਦੇ ਹਾਂ, ਵਰਤ ਸਕਦੇ ਹਾਂ। ਉਹਦੇ ਵਿੱਚ ਫਿਰ ਮੈਨੂੰ ਸੈਕੰਡ ਪ੍ਰਾਈਜ਼ ਠੀਕ ਹੈ ਮਿਲਦੇ ਰਹੇ ਆ ਜੀ ਜੀ। ਇੱਕ ਇੱਥੋਂ ਮਿਲਿਆ ਸੀ ਤੇ ਇੱਕ ਫਿਰ ਅਸੀਂ ਕਪੂਰਥਲੇ ਜੀ, ਨਹੀਂ ਪਟਿਆਲੇ ਸੀ ਸਾਡੀ ਕੰਪੀਟੀਸ਼ਨ ਠੀਕ ਹੈ। ਤੇ ਉੱਥੇ ਮੈਨੂੰ ਸੈਕੰਡ ਪ੍ਰਾਈਜ਼ ਚੰਡੀਗੜ੍ਹ ਮਿਲਿਆ ਸੀ ਜੀ। ਤੇ ਸੈਕੰਡ ਪ੍ਰਾਈਜ਼ ਮਿਲੇ ਆ ਠੀਕ ਹੈ। ਉਹਦੇ ਵਿੱਚ ਪ੍ਰਾਈਜ਼ ਚਲੋ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿ ਉਹ ਕਲਾ ਤੇ ਇਸ ਸਾਹਿਤਕਾਰੀ ਨੂੰ ਕਿੰਨਾ ਮਾਣ ਸਨਮਾਨ ਦਿੰਦੇ ਨੇ। ਆਪਾਂ ਜਿਹੜੀ ਗੱਲ ਕਰਦੇ ਆ, ਕਿਉਂਕਿ ਕਲਾ ਜਿਹੜੀ ਆ ਪਹਿਲਾਂ ਤੋਂ ਕਦੀ ਮਰਦੀ ਨਹੀਂ ਤੇ ਕਲਾਕਾਰ ਵੀ ਕਦੀ ਨਹੀਂ ਮਰਦਾ। ਤੁਸੀਂ ਜਿਹੜੀ ਇਹ ਪੈੜ ਪਾਈ ਆ, ਤੁਸੀਂ ਜਿਹੜੀ ਇਹ ਦੇਣ ਦਿੱਤੀ ਆ, ਹੁਣ ਅਸੀਂ ਆ ਤਸਵੀਰਾਂ ਦੇਖ ਰਹੇ ਆ, ਤੁਹਾਡੀਆਂ ਪੇਂਟਿੰਗ ਦੇਖ ਰਹੇ ਆ, ਇਹ ਆਉਣ ਵਾਲੀਆਂ ਪੀੜ੍ਹੀਆਂ ਨੇ ਦੇਖਣੀਆਂ ਆ, ਆਉਣ ਵਾਲੀਆਂ ਪੀੜ੍ਹੀਆਂ ਨੇ ਤੋਂ ਪ੍ਰੇਰਨਾ ਲੈਣੀ ਆ। ਤੁਹਾਨੂੰ ਜਿਹੜੇ ਲੋਕ ਦੇਖਦੇ ਨੇ, ਤੁਹਾਡੀਆਂ ਨਿਵੇਸ਼ਾਂ ਦੇਖੀਆਂ ਜਿਹਨਾਂ ਲੋਕਾਂ ਨੇ, ਉਹਨਾਂ ਨੇ ਤੁਹਾਨੂੰ ਕਿੱਦਾਂ ਸਨਮਾਨ ਦਿੱਤਾ? ਉਹਨਾਂ ਨੇ ਤੁਹਾਨੂੰ ਕਿਹੜੇ ਸ਼ਬਦ ਕਹੇ? ਦੇਖੋ, ਸ਼ਬਦ ਤਾਂ ਸਭ ਨੇ ਸਨਮਾਨ ਤੇ ਸ਼ਬਦ ਵਰਤੇ ਆ ਜੀ। ਹੁਣ ਮੈਂ ਪਾਰਟੀਕੂਲਰ ਸ਼ਬਦ ਨਹੀਂ ਦੱਸ ਸਕਦਾ ਜੀ, ਲੇਕਿਨ ਮੈਂ ਰਜਿਸਟਰ ਰੱਖਿਆ ਹੁੰਦਾ ਸੀ। ਉਸ ਰਜਿਸਟਰ ਦੇ ਵਿੱਚ ਲਗਭਗ ਅੱਧਾ ਰਜਿਸਟਰ ਭਰ ਜਾਂਦਾ ਸੀ ਉਹਨਾਂ ਦੇ ਵਿਚਾਰਾਂ ਨਾਲ, ਕਮੈਂਟਸ ਨਾਲ ਜੀ। ਤੇ ਉਹ ਸਾਰੇ ਕਮੈਂਟਸ ਮੈਂ ਆ ਕੇ ਪੜ੍ਹ ਲੈਂਦਾ ਸੀ, ਸਾਂਭੇਵਾ। ਤੇ ਉਹਦੇ ਵਿੱਚ ਮੈਨੂੰ ਕੋਈ ਐਸਾ ਨਹੀਂ ਸੁਝਾਅ ਤਾਂ ਚਲੋ ਕਿਸੇ ਕੋਈ ਹੋ ਵੀ ਸਕਦਾ, ਲੇਕਿਨ ਐਪਰੀਸ਼ੀਏਸ਼ਨ ਬਹੁਤ ਮਿਲੀ, ਹਰ ਇੱਕ ਨੇ ਦਿੱਤੀ, ਬਹੁਤ ਮਿਲੀ ਆ। ਤੁਸੀਂ ਬੜੇ ਲੰਬੇ ਸਮੇਂ ਤੋਂ ਨਿੱਕੀਆਂ ਕੁਰੂੰਬਲਾਂ ਰਸਾਲੇ ਦੇ ਨਾਲ ਜੁੜ ਕੇ ਉਹਦੀ ਪੇਂਟਿੰਗ ਕਰਦੇ ਰਹੇ ਆ, ਉਹਨੂੰ ਸਰਪ੍ਰਸਤੀ ਕਰਦੇ ਰਹੇ ਆ, ਉਹਨੂੰ ਸਹਿਯੋਗ ਦਿੰਦੇ ਰਹੇ ਆ, ਉਹਦੀਆਂ ਹਰ ਇੱਕ ਕਲਾਤਮਕ ਸਰਗਰਮੀ ਦੇ ਵਿੱਚ ਜੁਟੇ ਹੋਏ ਆ। ਜਿਹੜਾ ਬੱਚਿਆਂ ਦੇ ਨਾਲ ਤੁਹਾਡਾ ਇਹ ਕੰਮ ਕਰਕੇ ਕਿਹੋ ਜਿਹਾ ਅਨੁਭਵ ਆ? ਬੱਚਿਆਂ ਤੋਂ ਕੀ ਆਸ ਰੱਖਦੇ ਤੁਸੀਂ? ਜਿਸ ਵੇਲੇ ਆਪਾਂ 1995 ਵਿੱਚ ਜਦੋਂ ਨਿੱਕੀਆਂ ਕੁਰੂੰਬਲਾਂ ਦਾ ਆਗਾਜ਼ ਹੋਇਆ ਜੀ, ਉਦੋਂ ਤੋਂ ਹੀ ਮੇਰੇ ਮਨ 'ਚ ਸੀ ਭਈ ਜੋ ਇਹਦੇ ਵਿੱਚ ਕਹਾਣੀਆਂ ਜਾਂ ਕਵਿਤਾਵਾਂ ਜਾਂ ਜੋ ਵੀ ਆਈਟਮ ਇਹਦੇ 'ਚ ਲਿਖਤ ਵਿੱਚ ਛਪਦੀ ਆ ਜੀ, ਉਹਨੂੰ ਜੇ ਨਾਲ ਕਿਸੇ ਡਾਇਆਗ੍ਰਾਮ ਦੇ ਨਾਲ, ਕਿਸੇ ਤਸਵੀਰ ਦੇ ਨਾਲ ਦਿਖਾ ਦਿੱਤਾ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ।